7 साल हो गए सब लोग संघर्ष करते हैं। 7 साल हो गए सब लोग संघर्ष करते हैं। ਅੱਜ 7 ਸਾਲ ਹੋ ਗਏ ਫਰੀਦਕੋਟ ਦੇ ਮਨੋਜ ਕਪੂਰ ਨੂੰ 25 ਮਈ 2014 ਤੋਂ ਲਾਪਤਾ ਹੋਏ ਨੂੰ। ਸੀਬੀਆਈ ਵੀ ਨਹੀਂ ਲੱਭ ਸਕੀ, ਨਾ ਹੀ ਮਿਲੇ ਸਬੂਤ। ਪਰਿਵਾਰ ਵੱਲੋਂ 1.5 ਸਾਲ ਧਰਨੇ ਅਤੇ ਫਰੀਦਕੋਟ ਮੁਕੰਮਲ ਬੰਦ ਅਤੇ ਹਾਈਕੋਰਟ ਵੱਲੋਂ ਸੀਬੀਆਈ ਨੂੰ ਭੇਜੀ ਗਈ ਤਫਤੀਸ਼ ਵਿੱਚ ਸੀਬੀਆਈ ਰਹੀ ਅਸਫਲ। ਅੱਜ ਪਰਿਵਾਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ। ਸਰ ਐਕਚੁਅਲੀ 25 ਮਈ 2014 ਨੂੰ ਮੇਰਾ ਬ੍ਰਦਰ ਮਨੋਜ ਕਪੂਰ ਕਿਡਨੈਪ ਹੋਇਆ ਸੀ। ਅੱਜ ਤੋਂ ਤਕਰੀਬਨ 7 ਸਾਲ ਤੇ ਅੱਜ 7 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦੇ ਨੂੰ ਕਿ ਸਾਨੂੰ ਇਨਸਾਫ ਮਿਲੂਗਾ, ਸਾਨੂੰ ਉਹਦਾ ਪਤਾ ਲੱਗੂਗਾ ਕਿ ਮਨੋਜ ਕਿੱਥੇ ਹੈ, ਮਨੋਜ ਠੀਕ ਹੈ ਜਾਂ ਨਹੀਂ ਹੈ। ਸਾਨੂੰ ਕੁਝ ਨਹੀਂ ਪਤਾ ਕਿ ਉਹ ਇਸ ਟਾਈਮ ਤੇ ਉਹਦੇ ਨਾਲ ਕੀ ਹੋਇਆ। ਨਾ ਤਾਂ ਸਾਨੂੰ ਇਹਦੇ ਵਿੱਚ ਕੋਈ ਇਨਸਾਫ ਮਿਲਿਆ ਤੇ ਨਾ ਹੀ ਮਨੋਜ ਬਾਰੇ ਪਤਾ ਲੱਗਿਆ। ਪਹਿਲਾਂ ਇਹਦੇ ਵਿੱਚ ਪੰਜਾਬ ਪੁਲਿਸ ਦੀ ਸ਼ਿਰਕਤ ਰਹੀ ਹੈ, ਉਹਨਾਂ ਨੇ ਵੀ ਕੁਝ ਨਹੀਂ ਕੀਤਾਗਾ। ਉਸ ਤੋਂ ਬਾਅਦ ਸਿੱਟ ਬਣੀ ਹੈ ਜਿਹਦੇ ਵਿੱਚ ਕੁਮਰ ਵਿਨੇ ਪ੍ਰਤਾਪ ਜੀ ਦੀ ਮਤਲਬ ਉਹਨਾਂ ਦੇ ਅੰਡਰ ਇੱਕ ਸਿੱਟ ਬਣੀ ਰਹੀ ਹੈ, ਉਹਨਾਂ ਨੇ ਵੀ ਕੁਝ ਨਹੀਂ ਕੀਤਾ ਇਹਦੇ ਵਿੱਚ। ਹੁਣ ਹਾਰ ਕੇ ਅਸੀਂ ਜਦੋਂ ਸੀਬੀਆਈ ਕੋਲ ਕੇਸ ਲੈ ਕੇ ਗਏ ਹਾਂ, ਬਹੁਤ ਜ਼ਿਆਦਾ ਸੰਘਰਸ਼ ਕੀਤਾ ਅਸੀਂ ਸੀਬੀਆਈ ਦੇ ਕੋਲ ਜਾਣ ਲਈ। ਤੁਹਾਨੂੰ ਸਭ ਨੂੰ ਪਤਾ ਅਸੀਂ 2 ਸਾਲ ਤਕਰੀਬਨ ਧਰਨੇ ਦਿੱਤੇ ਹੈ ਕਿ ਇਹ ਕੇਸ ਸੀਬੀਆਈ ਕੋਲ ਚਲਾ ਜਾਵੇ, ਸਿਰਫ ਇਸ ਉਮੀਦ ਤੇ ਕਿ ਸੀਬੀਆਈ ਇੱਕ ਇਹੋ ਜਿਹੀ ਏਜੰਸੀ ਹੈ ਜਿਹੜੀ ਕਿ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦੀ ਹੈ ਤੇ ਇਨਸਾਫ ਦਿਵਾਉਂਦੀ ਹੈ। ਪਰ ਅੱਜ ਦੇਖੋ ਆ ਸੀਬੀਆਈ ਦੀ ਰਿਪੋਰਟ ਹੈ, ਫਾਈਨਲ ਰਿਪੋਰਟ ਉਹਨਾਂ ਨੇ ਜਮ੍ਹਾਂ ਕਰਾਤੀ ਹੈ ਕੋਰਟ ਦੇ ਵਿੱਚ। ਉਹਨਾਂ ਨੇ ਕੀ ਜਮ੍ਹਾਂ ਕਰਾਇਆ ਕਿ ਸਾਡੇ ਹੱਥ ਖੜੇ ਹੈ, ਕਿ ਸਾਡੇ ਤੋਂ ਇਨਸਾਫ ਦੀ ਉਮੀਦ ਨਾ ਰੱਖੋ, ਸਾਡੇ ਤੋਂ ਇਹ ਕੇਸ ਹੱਲ ਨਹੀਂ ਹੁੰਦਾ। ਮੇਰੇ ਖਿਆਲ 'ਚ ਇਹ ਜਿਹੜਾ ਇੰਡੀਆ ਦਾ ਸਿਸਟਮ ਹੈ, ਇੱਥੇ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲ ਸਕਦਾ। ਅਸੀਂ ਇੰਨਾ 7 ਸਾਲ ਦੇ ਸੰਘਰਸ਼ ਤੋਂ ਬਾਅਦ ਸਾਡੇ ਕੋਲ ਆ ਫਾਈਨਲ ਰਿਪੋਰਟ ਹੈ ਕਿ ਸਾਡੇ ਹੱਥ ਖੜੇ ਹੈ ਤੇ ਸਾਡੇ ਕੋਲ ਕੇਸ ਇਹ ਹੱਲ ਨਹੀਂ ਹੁੰਦਾ। ਅਸੀਂ ਇਹਦੇ ਲਈ ਪ੍ਰੋਟੈਸਟ ਪਟੀਸ਼ਨ ਪਾਈ, ਉਹਨਾਂ ਨੇ ਸਾਡੀ ਕਲੋਜ਼ਰ ਰਿਪੋਰਟ ਦਿੱਤੀ ਹੈ। ਸੀਬੀਆਈ ਕੇਸ ਦੇ ਵਿੱਚ ਹੁਣ ਇੱਕ ਕੇਸ ਜਿਹੜਾ ਹੈਗਾ ਟ੍ਰਾਂਸਫਰ ਹੋ ਗਿਆ ਹਾਈ ਕੋਰਟ ਤੋਂ, ਪਹਿਲਾਂ ਇਹ ਹਾਈ ਕੋਰਟ 'ਚ ਚੱਲ ਰਿਹਾ ਸੀ। ਉਹਨਾਂ ਨੇ ਕਲੋਜ਼ਰ ਰਿਪੋਰਟ ਦਿੱਤੀ ਹੈ ਸੀਬੀਆਈ ਕੋਰਟ ਦੇ ਵਿੱਚ ਫਾਈਨਲੀ ਕਿ ਇਹ ਕੇਸ ਉਹਨਾਂ ਤੋਂ ਹੱਲ ਨਹੀਂ ਹੋ ਰਿਹਾ ਤੇ ਇਹਨੂੰ ਬੰਦ ਕੀਤਾ ਜਾਵੇ ਕੇਸ ਨੂੰ। ਬਟ ਅਸੀਂ ਚਾਹੁੰਦੇ ਹਾਂ ਕਿ ਕੇਸ ਬੰਦ ਨਾ ਕੀਤਾ ਜਾਵੇ। ਅਸੀਂ ਇਹਦੇ ਲਈ ਪ੍ਰੋਟੈਸਟ ਪਟੀਸ਼ਨ ਪਾਈ ਹੈ ਜਿਹਦੀ ਤਾਰੀਖ ਹੁਣ 1 ਜੂਨ ਹੈ 2021 ਦੀ, ਤੇ ਉਹਦੇ ਵਿੱਚ ਅਸੀਂ ਇਹ ਕੇਸ ਉਹਨਾਂ ਵਿੱਚ ਪਾਇਆ। ਹੁਣ ਦੇਖੋ ਇਹਦੇ ਵਿੱਚ ਨਾ ਤਾਂ ਪੰਜਾਬ ਸਰਕਾਰ ਨੇ ਕੁਝ ਕੀਤਾ, ਸੀਬੀਆਈ ਕੋਰਟ ਨੇ ਵੀ ਕੀ ਕੀਤਾ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਰਹੀ ਹਾਂ। ਇਹਨਾਂ ਨੇ ਇੱਕ ਪੋਲੀਗ੍ਰਾਮ ਟੈਸਟ ਕਰਵਾਏ ਸੀ, ਜਿਹੜੇ ਪੋਲੀਗ੍ਰਾਮ ਟੈਸਟ ਕਰਵਾਏ ਆ ਸਿਰਫ ਫਾਰਮੈਲਿਟੀ ਸੇਕ ਇਹਨਾਂ ਨੇ ਕਰਵਾਏ ਆ, ਤੇ ਉਹਦੇ 'ਚ ਸਵਾਲ ਦੇਖ ਲਓ ਕਿੱਦਾਂ ਦੇ ਆ। ਆਹ ਪੋਲੀਗ੍ਰਾਮ ਟੈਸਟ ਦੇ 5-6 ਸਵਾਲ ਹੈ, ਠੀਕ ਹੈ, ਜਿਹਦੇ ਵਿੱਚ ਸਿਰਫ ਯੈਸ ਤੇ ਨੋ ਦੇ ਵਿੱਚ ਜਵਾਬ ਦੇਣਾ ਸੀ। ਹੁਣ ਪੋਲੀਗ੍ਰਾਮ ਟੈਸਟ ਦੇ ਵਿੱਚ ਕੀ ਹੁੰਦਾ ਹੈ, ਆਪਾਂ ਨੂੰ ਪਤਾ ਇਹਦੀ ਐਕੂਰੇਸੀ ਵੈਸੇ ਤਾਂ 70% ਹੈ, ਬਟ ਜੇ ਤੁਸੀਂ ਸਾਹ ਬੰਦ ਕਰਕੇ ਕੋਈ ਯੈਸ ਜਾਂ ਨੋ ਦਾ ਆਨਸਰ ਦੋਗੇ ਨਾ, ਉਹ ਚੀਜ਼ ਪੜਿਆ ਨਹੀਂ ਜਾਂਦਾ। ਇਹਦੇ ਵਿੱਚ ਸਿਰਫ ਇਹੀ ਪੁੱਛਿਆ ਕਿ ਤੁਹਾਨੂੰ ਪਤਾ ਮਨੋਜ ਕਿੱਥੇ ਹੈ। ਹੁਣ ਤੁਸੀਂ ਆਪੇ ਸੋਚੋ ਕਿ ਅੱਖਾਂ ਬੰਦ ਕਰਕੇ ਜਾਂ ਸਾਹ ਘੁੱਟ ਕੇ ਤੁਸੀਂ ਅਗਰ ਜਵਾਬ ਦਿਓਗੇ ਨਾ, ਉਹਦਾ ਰਿਪਲਾਈ ਤੁਸੀਂ ਉਹਨੂੰ ਟਰੇਸ ਨਹੀਂ ਕਰ ਸਕਦੇ। ਇਹ ਸਿਰਫ ਫਾਰਮੈਲਿਟੀ ਕੀਤੀ ਹੋਈ ਹੈ। ਇਹ ਜਿਹੜੀ ਕੰਪਨੀ ਹੈ ਇਹ ਇੱਕ ਬੀਜੇਪੀ ਲੀਡਰ ਦੀ ਕੰਪਨੀ ਹੈ, SIS ਪ੍ਰੋਸੀਗਰ ਕੰਪਨੀ, ਠੀਕ ਹੈ। ਹੁਣ ਜਿੰਨੇ ਵੀ ਕੇਸ ਲੁੱਟੇ ਜਾਂਦੇ, ਜਿਸ ਦਿਨ ਮਨੋਜ ਗੁੰਮ ਹੋਇਆ 3 ATM ਲੁੱਟੇ ਗਏ, ਆਪਾਂ ਸਭ ਨੂੰ ਪਤਾ ਹੈ। ਉਹ ਜਿਹੜੇ ATM ਲੁੱਟੇ ਗਏ ਉਹਨਾਂ ਦੀ FIR ਹੋਈ ਨਾ, ਤਾਂ ਉਹ ਜਿਹੜੇ ਲੁੱਟੇ ਗਏ ਕੇਸ ਜਿਹੜੇ ATM ਲੁੱਟੇ ਗਏ ਉਹਨਾਂ ਦਾ ਕੁਝ ਬਣਿਆ, ਨਾ ਮਨੋਜ ਦਾ ਕੁਝ ਪਤਾ ਲੱਗਿਆ, ਨਾ ਉਹਦੇ ਕਿਡਨੈਪਰਸ ਦਾ ਕੁਝ ਪਤਾ ਲੱਗਿਆ, ਤੇ ਨਾ ਹੀ ਇਹਦੇ ਵਿੱਚ ਜਿਹੜੇ ਬੰਦੇ ਸ਼ਾਮਿਲ ਸੀ ਜਿਨ੍ਹਾਂ ਦੀ ਫੋਟੋ ਆਈਆਂ ਉਹਨਾਂ ਦਾ ਪਤਾ ਲੱਗਿਆ। ਹੁਣ ਤੁਸੀਂ ਆਪੇ ਦੇਖੋ ਕਿ ਜਿਹੜੇ ਵੀ ATM ਲੁੱਟੇ ਜਾਂਦੇ ਆ ਕੀ ਉਹਨਾਂ ਦਾ ਕਦੇ ਵੀ ਕੋਈ ਸੋਲਿਊਸ਼ਨ ਨਿਕਲਿਆ? ਨਹੀਂ ਨਿਕਲਿਆ। ਕਿਉਂ ਨਹੀਂ ਨਿਕਲਿਆ? ਕਿਉਂਕਿ ਇਹ ਕੰਪਨੀਆਂ ਆਪ ਹੀ ATM ਲੁੱਟਵਾਉਂਦੀਆਂ, ਆਪ ਹੀ ਉਹਨਾਂ ਦੇ ਕਲੇਮ ਲੈਂਦੀਆਂ ਤੇ ਆਪ ਹੀ ਇਹਦੇ ਵਿੱਚ ਬਹੁਤ ਵੱਡਾ ਸਕੈਮ ਨੂੰ ਇਨਕਲੂਡ ਕਰਦੀ ਹੈ। ਬਹੁਤ ਵੱਡਾ ਸਕੈਮ ਹੈ ਜਿਹਨੂੰ ਮਨੋਜ ਡਿਸਕਲੋਜ਼ ਕਰਨ ਵਾਲਾ ਸੀਗਾ, ਤੇ ਇਸ ਕਰਕੇ ਇਹਨਾਂ ਦੀ ਕੰਪਨੀ ਨੇ ਆਪ ਹੀ ਮਨੋਜ ਨੂੰ ਕਿਡਨੈਪ ਕਰਕੇ, ਮੈਨੂੰ ਨਹੀਂ ਪਤਾ ਉਹਦਾ ਕੀ ਕੀਤਾ ਕੀ ਨਹੀਂ ਕੀਤਾ, ਪਰ ਹਾਲੇ ਤੱਕ ਇਹ ਬਿਲਕੁਲ ਕੁਝ ਵੀ ਡਿਸਕਲੋਜ਼ ਨਹੀਂ ਹੋ ਰਿਹਾ। ਹੁਣ ਦੇਖੋ 25 ਮਈ 2014 ਨੂੰ BJP ਦੀ ਸਰਕਾਰ ਆਉਂਦੀ ਹੈ ਤੇ 26 ਮਈ ਨੂੰ ਆਉਂਦੀ ਹੈ, 25 ਮਈ ਨੂੰ ਮੇਰਾ ਬ੍ਰਦਰ ਮਨੋਜ ਕਿਡਨੈਪ ਹੁੰਦਾ। ਆਪੇ ਸੋਚੋ ਕਿ ਸਾਰਾ ਦਾ ਸਾਰਾ 7 ਸਾਲ ਹੋ ਗਏ ਇਸ ਚੀਜ਼ ਨੂੰ। BJP ਦੀ ਸਰਕਾਰ ਦੇ ਹੇਠਾਂ ਇਹ ਕੁਝ ਵੀ ਮੈਨੂੰ ਨਹੀਂ ਲੱਗਦਾ ਸੋਲੂਸ਼ਨ ਹੋ ਰਿਹਾ। ਇਹ ਸਾਰੇ ਮਿਲੇ ਭੁਗਤ ਹੈ। ਹੁਣ ਜਿਹੜੇ ਅਰੁਣ ਸ਼ਰਮਾ ਜੀ, ਦੀਪਕ ਸ਼ਰਮਾ ਜੀ, ਇਹ ਵੀ ਕਮਲ ਸ਼ਰਮਾ ਜੀ ਦੇ ਰਿਸ਼ਤੇਦਾਰ ਸੀਗੇ ਫਿਰੋਜ਼ਪੁਰ ਦੇ ਵਿੱਚ। ਹੁਣੇ ਪਿੱਛੇ ਜੇ ਉਹਨਾਂ ਦੀ ਡੈਥ ਹੋ ਗਈ ਕਮਲ ਸ਼ਰਮਾ ਜੀ ਦੀ, ਉਹ ਵੀ BJP ਦੇ ਸੀਗੇ। ਤੇ ਮੇਰੀ ਇਹੀ ਦਰਖਾਸਤ ਹੈ, ਕਿਰਪਾ ਕਰਕੇ ਸਾਰੇ ਲੋਕਾਂ ਨਾਲ ਇਹਦੇ ਵਿੱਚ ਮੇਰਾ ਸਾਥ ਦਿਓ, ਕਿਉਂਕਿ ਜੇ ਇੱਥੇ ਅਸੀਂ ਹਾਰ ਗਏ 7 ਸਾਲ, ਸਾਨੂੰ ਬਹੁਤ ਸਾਰੀਆਂ ਬਾਦਲ ਸਰਕਾਰ ਨੇ ਵੀ ਆਫਰਸ ਦਿੱਤੀਆਂ ਸੀ ਸਰਕਾਰੀ ਨੌਕਰੀਆਂ ਦੀਆਂ, ਪੈਸਿਆਂ ਦੀਆਂ, ਕਿ ਤੁਸੀਂ ਇਨਸਾਫ ਲੈਣਾ ਛੱਡ ਦਿਓ, ਆਰਾਮ ਨਾਲ ਬਹਿ ਜਾਓ। ਅਸੀਂ ਨਹੀਂ ਹਾਰੇ, ਅਸੀਂ ਸੰਘਰਸ਼ ਕੀਤਾ ਸਿਰਫ ਇਸ ਦਿਨ ਲਈ ਕਿ ਸਾਨੂੰ ਆਹ ਰਿਪੋਰਟ ਮਿਲੇ, ਫਾਈਨਲ ਰਿਪੋਰਟ, ਕਿ ਤੁਹਾਨੂੰ ਇਨਸਾਫ ਨਹੀਂ ਮਿਲ ਸਕਦਾ। ਅਸੀਂ 7 ਸਾਲ ਹੋ ਗਏ ਮਰਦ ਨੂੰ, ਕਿਰਪਾ ਕਰਕੇ ਸਾਨੂੰ ਇਨਸਾਫ ਦਿਵਾਓ, ਸਾਨੂੰ ਪਤਾ ਲੱਗੇ ਕਿ ਮਨੋਜ ਦਾ ਕੀ ਹੋਇਆ ਕੀ ਨਹੀਂ ਹੋਇਆ,
ਸਾਨੂੰ ਇਸ ਚੀਜ਼ ਦਾ ਪਤਾ ਦੱਸਿਆ ਜਾਵੇ। ਧੰਨਵਾਦ। ਬਾਕੀ set ਵੀ ਉਹਦੀ ਸਾਰੀ ਹਾਂ, ਜਿਹੜੀ ਬਹਿਬਲ ਕਲਾਂ ਤੇ ਬਰਗਾੜੀ ਕੇਸ ਦੇ ਬਾਰੇ ਆਪਾਂ ਹੁਣ ਪਿੱਛੇ ਜੇ ਸੁਣਿਆ ਸੀਗਾ, ਉਹਦੇ ਵਿੱਚ ਵੀ CBI ਇਹੀ ਇਨਕਲੂਡ ਹੈ, ਇਹੀ ਸਿੱਟ ਇਨਕਲੂਡ ਸੀ ਕੁਮਰ ਵਿਨੇ ਪ੍ਰਤਾਪ ਦੀ, ਇਹੀ ਸਾਰੇ SIT ਦੇ ਮੈਂਬਰ ਇਨਕਲੂਡ ਸੀ, ਸੇਮ ਟੂ ਸੇਮ ਉਹੀ ਰਿਪੋਰਟ ਇਹਨਾਂ ਨੇ ਉਸ ਕੇਸ ਦੇ ਵਿੱਚ ਦਿੱਤੀ, ਕਲੋਜ਼ਰ ਰਿਪੋਰਟ, ਉਹੀ ਰਿਪੋਰਟ ਸਾਡੇ ਕੇਸ ਦੇ ਵਿੱਚ ਦਿੱਤੀ ਹੈ। ਮਤਲਬ ਉਹਨਾਂ ਦੋਨਾਂ ਦੇ ਵਿੱਚ ਇਹ ਕੁਝ ਨਹੀਂ ਕਰਨਾ ਚਾਹੁੰਦੇ, ਨਾ ਤਾਂ ਬਹਿਬਲ ਕਲਾਂ ਦੇ ਵਿੱਚ ਤੇ ਨਾ ਹੀ ਮਨੋਜ ਕੇਸ ਦੇ ਵਿੱਚ। ਹੁਣ ਆਪਾਂ ਆਪ ਹੀ ਦੇਖ ਰਹੇ ਹਾਂ ਕਿ ਕਿੱਦਾਂ ਉਹਨਾਂ ਦੀ ਮਤਲਬ CBI ਨੂੰ ਵੀ ਮੇਰੇ ਖਿਆਲ ਦੇ ਵਿੱਚ BJP ਨਚਾ ਰਹੀ ਹੈ। ਇਹ ਹੈ ਜੀ ਵੀ ਹੁਣ ਤਾਂ ਨਿਕਲ ਕੇ ਸਾਹਮਣੇ ਆਇਆ ਵੀ ਨਿਕਲ ਕੇ ਸਾਹਮਣੇ ਆਇਆ ਸਾਰੇ ਦੇਸ਼ ਦੇ ਲੋਕਾਂ ਦੇ ਕਿ ਸਟੇਟਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਦਬਾਉਣਾ ਹੁੰਦਾ ਜਾਂ ਸਰਕਾਰ ਨੇ ਕਿਸੇ ਵੀ ਬੰਦੇ ਨੂੰ ਆਪਣੇ ਅਨੁਸਾਰ ਚਲਾਉਣਾ ਤਾਂ ਉੱਥੇ CBI ਦਾ ਗਲਤ ਵਰਤੋਂ ਕੀਤੀ ਹੈ। ਬੰਗਾਲ ਦੇ ਵਿੱਚ ਜਾਂ ਹੋਰ ਸਟੇਟਾਂ, ਪੰਜਾਬ ਦੇ ਅੰਦਰ ਵੀ ਤਾਂ ਜਿੱਥੇ ਲੋੜ ਆ ਲੋਕਾਂ ਨੂੰ CBI ਦੀ ਸਪੋਰਟ ਦੀ, ਉੱਥੇ ਸਪੋਰਟ ਨਹੀਂ ਦਿੰਦੀ। ਇਸ ਵਾਸਤੇ ਇਹ ਜਿਹੜੀ ਕਲੋਜ਼ਰ ਰਿਪੋਰਟ ਦਿੱਤੀ ਗਈ ਹੈ, ਇਸ ਤੋਂ ਇਹ ਸਾਬਤ ਹੁੰਦਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੇ ਲੋਕਾਂ ਦਾ ਹੱਥ ਹੈ। ਕੋਈ ਛੋਟੇ-ਮੋਟੇ ਬੰਦੇ ਦਾ ਮਸਲਾ ਹੁੰਦਾ ਤਾਂ ਫਰੀਦਕੋਟ ਦੀ ਲੋਕਲ ਕੋਈ ਸਿਪਾਹੀ ਹੌਲਦਾਰ ਇਹਦੀ ਇਨਵੈਸਟੀਗੇਸ਼ਨ ਕਰਕੇ ਉਹ ਬੰਦੇ ਨੂੰ ਫੜ ਕੇ ਅੰਦਰ ਦੇ ਦਿੰਦਾ, ਪਰ ਇਹ ਜਿਹੜਾ ਹੈਗਾ ਇਹਦੇ ਪਿੱਛੇ ਬਹੁਤ ਵੱਡੇ ਲੀਡਰਾਂ ਦਾ ਹੱਥ ਹੈ। ਇਸ ਕਰਕੇ ਜਿਹੜਾ ਇਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਪਰ ਹੁਣ ਅਸੀਂ ਜਾਈਏ ਕਿੱਥੇ, ਲੋਕ ਕਿੱਥੇ ਜਾਣ? ਪੰਜਾਬ ਪੁਲਿਸ ਨੇ ਇਨਸਾਫ ਨਹੀਂ ਦਿੱਤਾ, ਧਰਨੇ ਦਿੱਤੇ, ਧਰਨੇ ਦੇ ਕੇ ਹਾਈ ਕੋਰਟ 'ਤੇ ਰੌਲਾ ਪਾ ਕੇ CBI ਨੂੰ ਕੇਸ ਦਵਾਇਆ, ਪਰ CBI ਨੇ ਵੀ ਕੁਝ ਨਹੀਂ ਕੀਤਾ। ਤਾਂ ਹੁਣ ਲੋਕ ਕਿੱਥੇ ਜਾਣਗੇ? ਇਨਸਾਫ ਦੀ ਮੰਗ ਵਾਸਤੇ ਕਿੱਥੇ ਜਾਣਗੇ? ਤਾਂ ਲੋਕਾਂ ਨੂੰ ਇਹ ਅਪੀਲ ਹੈ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਸਿਸਟਮ ਦੇ ਖਿਲਾਫ ਖੜੇ ਹੋਈਏ, ਕਿਉਂਕਿ ਵੱਡੀਆਂ ਜਿਹੜੀਆਂ ਪਾਰਟੀਆਂ ਜਾਂ ਵੱਡੇ ਲੋਕ ਆ ਸਾਡੇ ਖਿਲਾਫ ਇਹ ਹਥਿਆਰ ਵਰਤ ਕੇ ਆਮ ਲੋਕਾਂ ਦੇ ਉੱਤੇ ਇਹ ਸਮਝ ਲਓ ਜ਼ੁਲਮ ਕਰ ਰਹੇ ਆ, ਤਾਂ ਕਿ ਲੋਕ ਆ ਜਿਹੜੇ ਉਹ ਇਨਸਾਫ ਹੀ ਨਾ ਮੰਗਣ। 7 ਸਾਲ ਤੋਂ ਇੱਕ ਪਰਿਵਾਰ ਇਨਸਾਫ ਮੰਗ ਰਿਹਾ, ਔਰ ਇੱਥੇ ਇਹਨਾਂ ਦੇ ਕੁਝ ਅਫਸਰ ਕਹਿੰਦੇ ਜੀ 25 ਲੱਖ ਰੁਪਈਆ ਲੈ ਕੇ ਮਨੋਜ ਭੱਜ ਗਿਆ, ਤਾਂ ਉਦੋਂ ਵੀ ਸਾਡੇ ਉਹਨੂੰ ਇਹ ਕਿਹਾ ਸੀ ਕਿ ਜੇ 25 ਲੱਖ ਰੁਪਈਆ ਲੈ ਕੇ ਉਹ ਗਿਆ ਤਾਂ 25 ਲੱਖ ਲਿਜਾਣ ਵਾਲੇ ਨੂੰ ਵੀ ਤੁਸੀਂ ਫੜਨਾ, ਤੁਸੀਂ ਕਿਉਂ ਨਹੀਂ ਫੜਦੇ? ਪਰ ਕਹਾਣੀ ਇਹ ਹੈ ਕਿ ਇਹਦੇ ਵਿੱਚ BJP ਦੇ ਸਿਰੇ ਦੇ ਵੱਡੇ ਲੀਡਰ ਜਿਹੜੇ ਹੈਗੇ ਆ ਉਹ ਇਨਵੋਲਵ ਹੈ, ਔਰ ਉਹ ਜਿਹੜੇ ਹੈਗੇ ਉਹ ਇਸ ਜਾਂਚ ਨੂੰ ਕਿਸੇ ਪਾਸੇ ਲੱਗਣ ਨਹੀਂ ਦੇ ਰਹੇ। ਤਾਂ ਇਹ ਜਿਹੜੀ ਲੜਾਈ ਹੈ ਅਸੀਂ ਲੜਦੇ ਰਹਾਂਗੇ, ਕਿਉਂਕਿ ਲੜਨਾ ਸਾਡਾ ਫਰਜ਼ ਹੈ। ਜੇ ਧਰਨਿਆਂ ਤੱਕ ਜਾਂ ਹੋਰ ਫਿਰ ਸਾਨੂੰ ਦੁਬਾਰਾ ਤੋਂ ਲੜਾਈ ਸ਼ੁਰੂ ਕਰਨੀ ਪਈ ਉਹ ਕਰਾਂਗੇ, ਪਰ ਲੋਕਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਲੋਕ ਸਾਰੇ ਇਕੱਠੇ ਹੋ ਕੇ ਇਹਦੇ ਵਿੱਚ ਪਰਿਵਾਰ ਦਾ ਸਾਥ ਦੇਣ, ਤਾਂ ਕਿ ਇਹਨਾਂ ਦਾ ਹੌਸਲਾ ਬਣਿਆ ਰਹੇ। ਲੜ ਰਹੇ 7 ਸਾਲ ਤੋਂ ਇਸ ਉਮੀਦ ਦੇ ਵਿੱਚ ਕਿ ਘੱਟੋ ਘੱਟ ਇਹਨਾਂ ਨੂੰ ਇਹ ਤਾਂ ਪਤਾ ਲੱਗੇ ਮਨੋਜ ਕਪੂਰ ਨੂੰ ਕਿਡਨੈਪ ਕਰਨ ਵਾਲਿਆਂ ਨੇ ਉਹਦੇ ਨਾਲ ਕੀ ਕੀਤਾ। ਸਰ ਦੇਖੋ, ਇਹ ਮਤਲਬ ਪੁਲਿਸ ਨੇ ਪਹਿਲਾਂ ਤਾਂ ਇਹੋ ਜਿਹਾ ਕੁਝ ਨਹੀਂ ਕਿਹਾ। ਜਿਸ ਟਾਈਮ ਤੇ ਅਸੀਂ ਮਾਰਚ ਕੀਤਾ, ਜਿਸ ਦਿਨ ਦੇ ਮੇਰੇ ਖਿਆਲ 'ਚ ਤਕਰੀਬਨ 3000 ਪੁਲਿਸ ਫੋਰਸ ਆਈ ਸੀਗੀ, ਸਾਡੇ ਆਪਣੇ ਜਿੰਨੇ ਵੀ ਲੋਕ ਸੀਗੇ ਸੰਘਰਸ਼ੀ ਲੋਕੀ, ਉਹਨਾਂ ਨੂੰ ਰੋਕਣ ਦੇ ਲਈ। ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ, ਬੰਦ ਕਰਾਉਣ ਲਈ ਇਹਨਾਂ ਨੇ ਜਿਹੜੀ ਅਫਵਾਹ ਫੈਲਾਤੀ ਸੀ ਜੀ ਇਹਨੂੰ ਪਤਾ ਹੈ ਮੁੰਡੇ ਦਾ ਕੀ ਹੈ ਕੀ ਨਹੀਂ। ਜੇ ਪਤਾ ਹੈ, ਅਸੀਂ ਕਹਿੰਦੇ ਹਾਂ ਕਿ ਸਾਡੇ ਤੋਂ ਜੋ ਮਰਜ਼ੀ ਕਰਾਓ, ਤੁਸੀਂ ਪੋਲੀਗ੍ਰਾਮ ਟੈਸਟ ਕਰਾਓ, ਅਸੀਂ ਰੈਡੀ ਹਾਂ। ਹੁਣ ਪਿੱਛੇ ਕਿਸੇ ਨੇ ਖਬਰ ਫੈਲਾਈ ਸੀ ਕਿ ਜੇ ਪੋਲੀਗ੍ਰਾਮ ਟੈਸਟ ਕਰਾਉਣ ਨੂੰ ਰੈਡੀ ਨਹੀਂ। ਈਵਨ ਕਿ ਹੁਣ ਪਿੱਛੇ ਦੇਖੋ ਆਮ ਪਾਰਟੀ ਵੱਲੋਂ ਮੈਨੂੰ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਗਿਆ। ਹੁਣ ਵੀ ਮਤਲਬ ਇਹ ਕਹਿੰਦੇ ਨੇ ਕਿਰਦਾਰ ਨੂੰ ਗੰਦਾ ਕਰਨ ਦੀ ਇੱਕ ਕੋਸ਼ਿਸ਼ ਹੁੰਦੀ ਹੈ ਲੋਕਾਂ ਦੀ, ਕਿ ਇਹਨਾਂ ਨੂੰ ਪਤਾ ਇਹਨਾਂ ਦੇ ਮੁੰਡੇ ਬਾਰੇ। ਜੇ ਪਤਾ ਹੈ, ਮੈਂ ਕਹਿੰਦੀ ਹਾਂ ਕਿ ਜੋ ਕਾਰਵਾਈ ਬਣਦੀ ਹੈ ਸਾਡੇ ਤੇ ਕਰੋ। ਜੇ ਸਾਡਾ ਮੁੰਡਾ ਵੀ ਭੱਜਿਆ ਹੋਵੇ ਉਹਦੇ ਤੇ ਵੀ ਕਾਰਵਾਈ ਕਰੋ, ਪਰ ਪਤਾ ਤਾਂ ਚੱਲੇ ਨਾ ਹੋਇਆ ਕੀ ਹੈ। ਜੇ ਇਹੋ ਜਿਹਾ ਕੁਝ ਹੋਇਆ ਹੁੰਦਾ ਸਾਹਮਣੇ ਜ਼ਰੂਰ ਆਉਣਾ ਸੀਗਾ ਕਿ ਇੱਕ CBI ਵੀ ਇੱਕ ਬੱਚੇ ਨੂੰ ਨਹੀਂ ਫੜ ਸਕਦੀ, ਇੱਕ ਇਨਸਾਨ ਨੂੰ ਐਡਾ ਵੱਡਾ ਕੇਸ ਹੋ ਗਿਆ। ਇਹ ਕੋਈ ਛੋਟਾ ਕੇਸ ਨਹੀਂ ਹੈਗਾ, ਇੱਕ ਬਹੁਤ ਵੱਡਾ ਸਕੈਮ ਹੈ। ਨਹੀਂ ਤਾਂ ਦੇਖੋ ATM ਲੁੱਟੇ ਜਾਂਦੇ, ਇੱਕ ਵੀ ATM ਦੀ ਕੋਈ ਖਾਨੋ ਖਬਰ ਨਹੀਂ ਲੱਭੀ। ਅਸੀਂ ਕਿਉਂ ਲੜ ਰਹੇ ਹਾਂ 7 ਸਾਲ ਤੋਂ? ਜੇ ਅਸੀਂ ਵਿੱਚੇ ਮਿਲੇ ਹੁੰਦੇ, ਅਸੀਂ 6 ਮਹੀਨੇ ਰੋ ਕੇ ਐਕਟਿੰਗ ਕਰਕੇ ਚੁੱਪ ਕਰ ਜਾਣਾ ਸੀ। ਅਸੀਂ 7 ਸਾਲ ਪਾਗਲਾ ਤਰ੍ਹਾਂ ਕਿਉਂ ਬੈਠੇ ਹਾਂ ਇੱਥੇ? ਦੱਸੋ ਸਾਨੂੰ। ਅਸੀਂ ਅੱਜ ਵੀ ਲੜੀ ਜਾਂਦੇ ਹਾਂ, ਕੱਲ ਵੀ ਲੜਾਂਗੇ ਤੇ ਅੱਗੇ ਵੀ ਲੜਾਂਗੇ। ਜਦੋਂ ਤੱਕ ਸਾਨੂੰ ਨਹੀਂ ਪਤਾ ਲੱਗਦਾ ਮਨੋਜ ਦਾ, ਅਸੀਂ ਲੜਾਂਗੇ। ਦੇਖੋ, ਜੇ ਕਿਸੇ ਨੂੰ ਲੱਗਦਾ ਕਿ ਮਨੋਜ ਵਿੱਚੇ ਸ਼ਾਮਿਲ ਹੈ, ਕੋਈ ਗੱਲ ਨਹੀਂ, ਉਹਨੂੰ ਫੜ ਕੇ ਤਾਂ ਲਿਆਓ ਨਾ, ਪਤਾ ਲੱਗੇ, ਜੇਲ੍ਹ 'ਚ ਪਾ ਦਿਓ, ਸਾਨੂੰ ਕੋਈ ਆਬਜੈਕਸ਼ਨ ਨਹੀਂ। ਪਰ ਪਤਾ ਲੱਗੇ ਸਾਨੂੰ ਸਾਡੇ ਬੱਚੇ ਦਾ ਕਿ ਉਹਦੇ ਨਾਲ ਹੋਇਆ ਕੀ ਹੈ।